अस्सलामुअलैकुम जी। ਐਨੇ ਬੰਦੇ ਮਰ ਗਏ ਨੇ, ਕਸ਼ਤੀ ਡੁੱਬ ਗਈ ਏ, ਬੰਮ ਧਮਾਕਾ ਹੋ ਗਿਆ। ਮੁਲਕ ਦੇ ਵਿੱਚ ਕੋਈ ਵੱਡਾ ਕੰਮ ਕਰਨ ਤੋਂ ਪਹਿਲਾਂ ਸਮਝ ਲਓ ਗੌਰਮੈਂਟ ਨੇ ਜਾਂ ਤੇ ਜਿਹੜਾ ਹੋ ਰਿਹਾ ਉਹਦੇ ਵੱਲੋਂ ਤੁਹਾਡੀਆਂ ਨਜ਼ਰਾਂ ਹਟਾਉਣ ਵਾਸਤੇ ਕਰ ਰਹੇ ਨੇ ਜਾਂ ਫਿਰ ਕਰਨ ਦਾ ਇਰਾਦਾ ਰੱਖਦੇ ਨੇ। ਇਹ ਸਮਝ ਲਓ ਵੀ ਅਗਲਾ ਕੰਮ ਹੁਣ ਉਹਨਾਂ ਨੇ ਜਿਹੜਾ ਕਰਨਾ ਹੈ, ਉਹਨਾਂ ਤੁਹਾਨੂੰ ਇਸ ਪਾਸੇ ਲਾ ਕੇ ਤੇ ਆਪਣਾ ਅੱਗੂ ਕੰਮ ਵਿਖਾਉਣ ਵਾਸਤੇ ਉਹਨਾਂ ਪਹਿਲਾਂ ਹੀ ਕੋਈ ਐਸਾ ਐਕਸੀਡੈਂਟ ਕੀਤਾ ਹੈ ਕਿ ਤੁਹਾਡੇ ਸਾਰਿਆਂ ਦੀਆਂ ਨਜ਼ਰਾਂ ਉਸ ਪਾਸੇ ਲਾ ਕੇ ਤੇ ਆਪਣਾ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਕਰਨੀ। ਇਹ ਹਰ ਗੌਰਮੈਂਟ ਦਾ ਅੱਜ ਦਾ ਨਹੀਂ, ਬੜਾ ਪੁਰਾਣਾ ਰਿਵਾਜ ਹੈ ਕਿ ਬੰਦੇ ਨੂੰ ਪਹਿਲਾਂ ਉਹਦੇ ਕੋਲੋਂ ਉਹਨੂੰ ਐਸੀਆਂ ਮੁਸ਼ਕਲਾਂ ਦੱਸਣ ਦੇ, ਫਿਰ ਥੋੜ੍ਹੀ ਜਿਹੀ ਆਸਾਨੀ ਦੇ ਕੇ, ਇਹ ਬੜੀ ਪੁਰਾਣੀ ਕਹਾਵਤ ਹੈ, ਥੋੜ੍ਹੀ ਜਿਹੀ ਆਸਾਨੀ ਦੇ ਕੇ ਉਹਦੇ ਉੱਤੇ ਰਹਿਮ ਦਾ ਵੋਟ ਵੀ ਲੈਂਦੇ ਨੇ ਔਰ ਰਹਿਮ ਦੀ ਪੀਲ ਵੀ, ਔਰ ਆਪਣੇ ਆਪ ਨੂੰ ਚੰਗਾ ਵੀ ਕਲਾਉਂਦੇ ਨੇ। ਦੁਨੀਆ ਦਾ ਕੋਈ ਵੀ ਨਿਜ਼ਾਮ ਹੈ ਨਾ, ਤੁਸੀਂ ਆਪਣੇ ਅੰਦਰ ਇਸ ਤਰ੍ਹਾਂ ਦੀ ਕੁਵਤ ਪੈਦਾ ਕਰੋ ਕਿ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਬਈ ਇੱਕ ਰਕਸ਼ੇ ਵਾਲੇ ਨੂੰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ ਕਿ ਓਏ ਰਕਸ਼ੇ ਵਾਲੇ, ਜਦਕਿ ਉਹ ਹੀ ਅਗਰ ਤੁਸੀਂ ਏਅਰਪੋਰਟ 'ਤੇ ਜਾਂਦੇ ਹੋ ਤੇ 2 ਘੰਟੇ 3 ਘੰਟੇ ਪਹਿਲਾਂ ਜਹਾਜ਼ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਤੁਸੀਂ ਇੰਤਜ਼ਾਰ ਕਰਦੇ ਹੁੰਦੇ ਹੋ ਕਿ ਜਹਾਜ਼ ਆਵੇ, ਅਸੀਂ ਉਹਦੇ 'ਚ ਬਹਿਣਾ। ਕਿਉਂ? ਕਿਉਂਕਿ ਜਹਾਜ਼ ਬਣਨੇ ਵਾਸਤੇ ਕਈ ਸਾਲ ਲੱਗਦੇ ਨੇ ਔਰ ਰਕਸ਼ਾ ਬਣਾਉਣੇ ਵਾਸਤੇ ਸਿਰਫ ਇੱਕ ਦਿਨ। ਤੁਸੀਂ ਆਪਣੇ ਅੰਦਰ ਉਹ ਚੀਜ਼ ਪੈਦਾ ਕਰੋ ਕਿ ਲੋਕ ਤੁਹਾਡਾ ਇੰਤਜ਼ਾਰ ਕਰਨ, ਤੁਹਾਡੇ ਕੋਲੇ ਵਕਤ ਗੁਜ਼ਾਰਨੇ ਵਾਸਤੇ ਤੁਹਾਡਾ 2 ਘੰਟੇ ਪਹਿਲਾਂ ਇੰਤਜ਼ਾਰ ਕਰਨ, ਤੁਹਾਡਾ 4 ਘੰਟੇ ਪਹਿਲਾਂ ਇੰਤਜ਼ਾਰ ਕਰਨ, ਤੁਹਾਨੂੰ ਇੱਕ ਦਿਨ ਪਹਿਲਾਂ ਫੋਨ ਕਰਨ ਕਿ ਸਾਨੂੰ ਟਾਈਮ ਦਿਓ। ਲੇਕਿਨ ਉਹਦੇ ਵਾਸਤੇ ਤੁਹਾਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਕਿ ਹਰ ਮੁਸ਼ਕਿਲ ਟਾਈਮ ਨੂੰ ਤੁਸੀਂ ਆਸਾਨ ਸਮਝੋ। ਵਗਰਨਾ ਅਗਰ ਤੁਸੀਂ ਆਸਾਨੀਆਂ 'ਚ ਜ਼ਿੰਦਗੀਆਂ ਗੁਜ਼ਾਰੀਆਂ ਤੇ ਆਸਾਨੀਆਂ ਵਾਲੀ ਜ਼ਿੰਦਗੀ ਦੇ ਨਾਲ ਤੁਹਾਡਾ ਕੋਈ ਸਾਥ ਨਹੀਂ ਦੇਣ ਲਿਆ। ਹਮੇਸ਼ਾ ਚੱਟਾਨ ਦੀ ਤਰ੍ਹਾਂ, ਬਾਜ਼ ਦੀ ਤਰ੍ਹਾਂ, ਅਗਰ ਅਸਮਾਨ ਦੇ ਉੱਤੇ ਤੁਸੀਂ ਦੇਖੋ ਕਾਲੇ ਬਾਦਲ ਔਰ ਉਹਦੇ ਵਿੱਚ ਹਰ ਜਾਨਵਰ, ਹਰ ਪਰਿੰਦਾ ਜਿਹੜਾ ਹੈ ਉਹ ਸਮਝ ਲਓ ਆਪਣੇ ਘੋਂਸਲਿਆਂ ਵਿੱਚ ਔਰ ਮਹਿਫੂਜ਼ ਜਗ੍ਹਾ 'ਤੇ ਜਾਂਦਾ ਹੈ। ਲੇਕਿਨ ਬਾਜ਼ ਇੱਕ ਵਾਹਿਦ ਐਸਾ ਜਾਨਵਰ ਹੈ ਕਿ ਜੋ ਹੀ ਉਹ ਬਾਰਿਸ਼ ਜਾਂ ਤੂਫਾਨ ਦੇਖਦਾ ਔਰ ਉਹ ਆਪਣੇ ਘੋਂਸਲੇ ਦੇ ਵਿੱਚੋਂ ਬਾਹਰ ਨਿਕਲਦਾ। ਕਿਉਂ? ਕਿਉਂਕਿ ਉਹ ਆਪਣੇ ਪਰਾਂ ਦੇ ਵਿੱਚ ਇਤਨੀ ਕੁਵਤ ਪੈਦਾ ਕਰਨਾ ਚਾਹੁੰਦਾ ਹੈ, ਇਤਨੀ ਤਾਕਤ ਪੈਦਾ ਕਰਨਾ ਚਾਹੁੰਦਾ ਹੈ ਕਿ ਹਰ ਮੁਸ਼ਕਿਲ ਵਕਤ ਦੇ ਦੌਰ ਦੇ ਵਿੱਚ ਉਹਨੂੰ ਕਿਸੇ ਵੀ ਜਾਨਵਰ ਦੇ ਨਾਲ ਲੜਨਾ ਪਵੇ ਤੇ ਉਹ ਬਾਜ਼ ਨਾ ਆਵੇ, ਬਾਜ਼ ਨਾ ਆਵੇ। ਅਗਰ ਤੁਸੀਂ ਦੇਖਿਆ ਹੋਵੇ ਤੇ ਬਾਜ਼ ਸ਼ੇਰ ਜੈਸੇ ਜਾਨਵਰ ਨਾਲ ਵੀ ਮੱਥਾ ਲਾ ਲੈਂਦਾ, ਹਾਲਾਂਕਿ ਉਹਦਾ ਇਹਦਾ ਕੋਈ ਜੋੜ ਨਹੀਂ। ਲੇਕਿਨ ਕਿਉਂਕਿ ਉਹਨੂੰ ਆਪਣੇ ਪਰਾਂ 'ਤੇ ਇੰਨਾ ਯਕੀਨ ਹੁੰਦਾ ਕਿ ਮੈਂ ਇਹਦੀਆਂ ਅੱਖਾਂ ਵੀ ਨੋਚ ਲਵਾਂਗਾ ਔਰ ਮੈਂ ਇਹਨੂੰ ਲੈ ਕੇ ਵੀ ਉੱਡ ਜਾਵਾਂਗਾ। ਲਿਹਾਜ਼ਾ ਆਪਣੇ ਅੰਦਰ ਉਹ ਚੀਜ਼ਾਂ ਪੈਦਾ ਕਰੋ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰੋ। ਲੇਕਿਨ ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਕਿ ਮੁਸ਼ਕਿਲ ਟਾਈਮ ਨੂੰ ਆਸਾਨ ਕਰੋ ਔਰ ਹਰ ਮੁਸ਼ਕਿਲ ਟਾਈਮ ਦੇ ਵਿੱਚ ਤੁਹਾਡੀ ਇਨਸ਼ਾਅੱਲਾ ਜਿੱਤ ਹੋਵੇਗੀ, ਜਦ ਕਿ ਤੁਸੀਂ ਹੱਕ 'ਤੇ ਹੋ। ਇੱਕ ਦਾਨਸ਼ਵਰ ਕੋਲ ਇੱਕ ਬੰਦਾ ਜਾਂਦਾ ਹੈ ਔਰ ਉਹ ਕਹਿੰਦਾ ਕਿ ਯਾਰ ਮੈਂ ਇੱਕ ਕਮਰੇ ਦੇ ਵਿੱਚ ਆਪਣੇ 6 ਬੱਚੇ, ਇੱਕ ਮਾਂ ਪਿਓ ਔਰ ਇੱਕ ਆਪਣੀ ਸੱਸ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਪਿਆ, ਆਪਣੀ ਸੱਸੂ ਨਾਲ, ਤੇ ਮੈਂ ਬੜੇ ਮੁਸ਼ਕਲ ਹਾਂ। ਤੇ ਦਾਨਸ਼ਵਰ ਨੇ ਉਹਨੂੰ ਕਿਹਾ ਕਿ ਤੂੰ ਇੱਕ ਗਧਾ ਜਾਂ ਇੱਕ ਬੱਕਰੀ ਲੈ ਕੇ ਤੇ ਉਹ ਵੀ ਆਪਣੇ ਨਾਲ ਰੱਖ ਲੈ, ਉਹ 2 ਦਿਨ ਬਾਅਦ ਮੈਨੂੰ ਦੱਸੀ। ਉਹਨੇ ਕਿਹਾ ਠੀਕ ਹੈ। ਉਹਨੇ ਜਾ ਕੇ ਉੱਥੋਂ ਇੱਕ ਗਧਾ ਲਿਆ ਔਰ ਉਹਨੇ ਉਹ ਗਧਾ ਵੀ ਆਪਣੇ ਉਸੇ ਕਮਰੇ ਦੇ ਵਿੱਚ ਬੰਨ੍ਹ ਲਿਆ। ਉਹ ਜਿੱਥੇ ਅੱਗੇ 8-10 ਬੰਦੇ ਸਨ ਉੱਥੇ ਇੱਕ ਗਧਾ ਵੀ ਬੰਨ੍ਹ ਲਿੱਤਾ ਤੇ ਉਹਦੀ ਸਮੈਲ ਦੀ ਵਜ੍ਹਾ ਨਾਲ ਉਹ ਤੀਸਰੇ ਦਿਨ ਜਿਸ ਵਕਤ ਆਇਆ ਤੇ ਉਹਨੇ ਦਾਨਸ਼ਵਰ ਨੂੰ ਕਿਹਾ ਕਿ ਯਾਰ ਤੂੰ ਮੈਨੂੰ ਕਿਸ ਤਰ੍ਹਾਂ ਦਾ ਮਸ਼ਵਰਾ ਦਿੱਤਾ, ਮੇਰੀ ਤੇ ਜਾਨ ਤੇ ਬਣ ਗਈ, ਉੱਥੇ ਤੇ ਮੁਸ਼ਕੀਆਂ ਨਹੀਂ ਆ ਰਹੀ। ਉਹਨੇ ਕਿਹਾ ਇੱਕ ਹੋਰ ਜਾਨਵਰ ਲੈ ਲੈ, ਇੱਕ ਬੱਕਰੀ ਲੈ ਲੈ ਔਰ 2 ਦਿਨ ਬਾਅਦ ਮੈਨੂੰ ਦੱਸੀ। ਉਹਨੇ ਦੂਸਰੇ ਦਿਨ ਜਾ ਕੇ ਬੱਕਰੀ ਲੈ ਲਈ, ਉਹ 2 ਦਿਨ ਬੱਕਰੀ ਨਾਲ ਗੁਜ਼ਾਰੇ ਉਹਨੇ। ਤੇ ਉਹ ਮਜ਼ੀਦ ਜਿਹੜਾ ਨਾ ਆਪੇ ਤੋਂ ਬਾਹਰ ਦਾਨਸ਼ਵਰ ਕੋਲ ਆਇਆ ਕਿ ਤੂੰ ਮੈਨੂੰ ਕਿਸ ਤਰ੍ਹਾਂ ਦਾ ਮਸ਼ਵਰਾ ਦੇ ਰਿਹਾ, ਤੇ ਉਹਨੇ ਕਿਹਾ ਇੱਕ ਮੁਰਗੀ ਵੀ ਲੈ ਲੈ। ਉਹ 6 ਦਿਨ ਗੁਜ਼ਰਨ ਤੋਂ ਬਾਅਦ ਉਹ ਖੁਦਕੁਸ਼ੀ 'ਤੇ ਉਤਰ ਆਇਆ ਔਰ ਉਹਨੇ ਆਣ ਕੇ ਦਾਨਸ਼ਵਰ ਦਾ ਗਿਰੇਬਾਨ ਪਕੜਨ ਦੀ ਕੋਸ਼ਿਸ਼ ਕੀਤੀ। ਤੇ ਫਿਰ ਦਾਨਸ਼ਵਰ ਨੇ ਕਿਹਾ ਕਿ ਤੂੰ ਇਹਨਾਂ ਦੇ ਵਿੱਚੋਂ ਇੱਕ ਜਾਨਵਰ ਜਿਹੜਾ ਮਰਜ਼ੀ ਵੇਚ ਲੈ।
ਔਰ ਉਹਨੇ ਸਭ ਤੋਂ ਪਹਿਲਾਂ ਉਹ ਗੱਦਾ ਜਿਹੜਾ ਸੀ, ਕਿਉਂਕਿ ਉਹਦੀ ਜ਼ਿਆਦਾ ਸਮੈਲ ਸੀ, ਉਹ ਵੇਚਿਆ। ਫਿਰ ਉਹਨੇ ਬੱਕਰੀ ਵੇਚੀ, ਫਿਰ ਉਹਨੇ ਮੁਰਗੀ ਵੇਚ ਦਿੱਤੀ। ਤੇ ਫਿਰ ਉਹਨੇ ਕਿਹਾ ਦਾਨਸ਼ਵਾਰ ਤੇਰਾ ਬਹੁਤ ਸ਼ੁਕਰੀਆ ਕਿ ਬਈ ਤੂੰ, ਮੈਂ ਹੁਣ ਬਹੁਤ ਖੁਸ਼ ਹਾਂ। ਖੁਸ਼ ਹੋ ਪਹਿਲੇ ਦਿਨ ਵੀ ਸੀ, ਲੇਕਿਨ ਜਦੋਂ ਵੀ ਤੁਸੀਂ ਕਿਸੇ ਕੰਮ ਨੂੰ ਕਰਨ ਵਾਸਤੇ ਨਾ, ਹਮੇਸ਼ਾ ਯਾਦ ਰੱਖਿਓ ਕਿ ਤੁਹਾਨੂੰ ਜਿੰਨੀਆਂ ਸਹੂਲਤਾਂ ਤੁਸੀਂ ਆਪਣੇ ਜਿਸਮ ਨੂੰ ਦਿਓਗੇ ਨਾ, ਉਨੀਆਂ ਉਹ ਐਕਸੈਪਟ ਕਰਦਾ ਜਾਵੇਗਾ, ਉਨੀਆਂ ਉਹ ਲੈਂਦਾ ਜਾਏਗਾ। ਹਮੇਸ਼ਾ ਮੁਸ਼ਕਿਲ 'ਚ ਰਹੋਗੇ ਤੇ ਆਸਾਨੀ ਥੋੜੀ ਜਿਹੀ ਵੀ ਮਿਲੇਗੀ ਤਾਂ ਰੱਬ ਦਾ ਸ਼ੁਕਰ ਅਦਾ ਕਰੋਗੇ। ਔਰ ਅੱਲਾ ਦਾ ਸ਼ੁਕਰ ਅਦਾ ਕਰਨੇ ਵਾਸਤੇ ਹਮੇਸ਼ਾ ਵਾਸਤੇ ਇਹ ਯਾਦ ਰੱਖਿਓ ਕਿ ਹਰ ਮੁਸ਼ਕਿਲ ਤੋਂ ਬਾਅਦ ਆਸਾਨੀਆਂ ਨੇ, ਹਰ ਗਰੂਬ ਸੂਰਜ ਹੋਣ ਤੋਂ ਬਾਅਦ ਫਿਰ ਸੂਰਜ ਚੜ੍ਹਦਾ, ਹਰ ਹਨੇਰੇ ਤੋਂ ਬਾਅਦ ਫਿਰ ਰੋਸ਼ਨੀਆਂ। ਲੇਕਿਨ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਸਾਨੀਆਂ ਹੀ ਚਾਹੁੰਦੇ ਹੋ, ਫਿਰ ਤੁਸੀਂ ਮੁਸ਼ਕਲਾਂ ਬਰਦਾਸ਼ਤ ਨਹੀਂ ਕਰ ਸਕਦੇ। ਇਸ ਵਾਸਤੇ ਅੱਲਾ ਦਾ ਹਰ ਹਾਲ 'ਚ ਸ਼ੁਕਰ ਅਦਾ ਕਰਿਆ ਕਰੋ। ਮਾਸਲਾਮ।